ਕੌਰਾਂ ਆ ਕੌਰਾਂ ਮਾਈ ਭਾਗੋ ਦੀਆਂ ਤਸਵੀਰਾਂ ਤੇ ਮਾਤਾ ਸਾਹਿਬ ਕੌਰ ਜੀ ਦੀਆਂ ਧੀਆਂ ਤੇ ਅਸੀਂ ਦਿੱਲੀ ਦੀ ਹਿੱਕ ਤੇ ਪੈਰ ਧਰ ਕੇ ਆਪਦੇ ਹੱਕ ਲੈਣ ਆਏ ਆ, ਨਾ ਕਿ ਤੇਰੇ ਵਾਂਗ ਇੱਕ ਸੱਜਾ ਢਹਿਣ ਤੇ ਸਿਕਿਉਰਿਟੀ ਲੈ। ਲਓ ਜੀ, ਇਹ ਗੁਰੂ ਕੇ ਲੰਗਰ ਨੇ। ਕਈ ਮੋਦੀ ਦੀ ਮਕਾਨ ਆਏ ਬਿਲਕੁਲ ਕੋਈ ਬਰਾਤ ਆਇਆ ਪੰਜਾਬ ਦੀ ਕਿਸਾਨੀ ਦੀ ਤੇ ਕੋਈ ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਸ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੰਘਰਸ਼ ਚੱਲ ਰਿਹਾ ਪੰਜਾਬ ਦੇ ਵਿੱਚ ਬਹੁਤ ਲੰਮੇ ਚਿਰ ਤੋਂ, ਤੇ ਹੁਣ ਪੰਜਾਬ ਤੇ ਸਾਰੇ ਰਾਜਾਂ ਦੇ ਕਿਸਾਨ ਜਿਹੜੇ ਆ ਉਹ ਦਿੱਲੀ ਪਹੁੰਚ ਚੁੱਕੇ ਆ। ਤੇ ਜਿਸ ਤਰ੍ਹਾਂ ਦਿੱਲੀ ਪਹੁੰਚੇ ਬੜਾ ਮਨ ਖੁਸ਼ ਹੋਇਆ ਆ ਕਿ ਬੜੀ ਸੋਹਣੀ ਨੌਜਵਾਨਾਂ ਨੇ ਜਿਹੜੀ ਇੱਕ ਜੋਸ਼ ਜੋਸ਼ੀਲੀ ਜਿਹੜੀ ਕਿ ਅਸੀਂ ਇਤਿਹਾਸ ਦੇ ਵਿੱਚ ਸੁਣਦੇ ਹੁੰਦੇ ਸੀ ਉਹ ਚੀਜ਼ਾਂ ਦਿਖਾਈਆਂ ਨੇ। ਤੇ ਅੱਜ ਸਾਈਪਰਸ ਦੇ ਵਿੱਚ ਵੀ ਪ੍ਰੋਟੈਸਟ ਹੈ, ਜਿੱਦਾਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਹੋਰ ਵੀ ਹੋ ਰਹੇ ਨੇ ਪ੍ਰੋਟੈਸਟ, ਤੇ ਉਵੇਂ ਹੀ ਇੱਥੇ ਵੀ ਪੀਸਫੁਲੀ ਪ੍ਰੋਟੈਸਟ ਹੈ। ਸੋ ਅਸੀਂ 15 ਦਿਨਾਂ ਤੋਂ YouTube ਤੇ ਐਕਟਿਵ ਨਹੀਂ ਸੀਗੇ, ਸੋ ਇਸ ਕਰਕੇ ਹੀ ਸੀ ਕਿਉਂਕਿ ਸੰਘਰਸ਼ ਦੇ ਦੌਰਾਨ ਅਸੀਂ ਕੋਈ ਵੀ ਇੱਦਾਂ ਦਾ ਕੰਮ ਨਹੀਂ ਕਰਨਾ ਚਾਹੁੰਦੇ। ਸਾਡੀ ਤਨੋ ਮਨੋ ਸਪੋਰਟ ਹੈ। ਤੇ ਆ ਜਾਓ ਆਪਾਂ ਤੁਹਾਨੂੰ ਹੁਣ ਪ੍ਰੋਟੈਸਟ ਤੇ ਲੈ ਕੇ ਚੱਲਦੇ ਹਾਂ, ਤੇ ਅੱਜ ਆਪਾਂ ਇਹੀ ਸ਼ੂਟ ਕਰਾਂਗੇ ਤੇ ਉੱਥੇ ਆਪਾਂ ਤੁਹਾਨੂੰ ਸੁਣਾਵਾਂਗੇ ਸਾਰੇ ਕੀ ਸੋਚਦੇ ਨੇ ਸੰਘਰਸ਼ ਬਾਰੇ, ਤੇ ਉਹ ਇੱਥੇ ਪ੍ਰੋਟੈਸਟ ਦੇ ਵਿੱਚ ਜਿਹੜੇ ਵੀ ਬੰਦੇ ਆਏ ਹੋਣਗੇ ਕੀ ਉਹਨਾਂ ਦਾ ਕਹਿਣਾ ਆ ਇਸ ਸੰਘਰਸ਼ ਬਾਰੇ, ਉਹ ਕੀ ਉਹ ਚਾਹੁੰਦੇ ਨੇ। ਤੇ ਆਜੋ ਫਿਰ ਚੱਲੀਏ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਸਾਰਿਆਂ ਵੀਰਾਂ ਭੈਣਾਂ ਵੱਲੋਂ। ਤੇ ਜਿਵੇਂ ਕਿ ਤੁਹਾਨੂੰ ਅਸੀਂ ਦੱਸਿਆ ਸੀ ਕਿ ਅਸੀਂ ਉੱਥੇ ਜਾ ਰਹੇ ਹਾਂ ਤੇ ਅਸੀਂ ਪਹੁੰਚ ਗਏ ਉੱਥੇ, ਤੇ ਬਾਕੀ ਤੁਹਾਨੂੰ ਮਹਿਕਦੀਪ ਜੀ ਹੋਰੇ ਦਿਖਾਉਣਗੇ ਕਿ ਕਿਵੇਂ ਅਸੀਂ ਉਹ ਸੰਘਰਸ਼ ਦਾ ਹਿੱਸਾ ਬਾਹਰ ਰਹਿ ਕੇ ਵੀ ਬਣ ਰਹੇ ਹਾਂ। ਤੇ ਅਸੀਂ ਸਾਰੇ ਵੀਰ ਭੈਣ ਇੱਥੇ ਇਕੱਠੇ ਹੋਏ ਹਾਂ ਤੇ ਇੱਕ ਕਿਸਾਨਾਂ ਦੀ ਆਵਾਜ਼ ਬਣ ਰਹੇ ਹਾਂ ਇੱਥੇ ਬਾਹਰ ਰਹਿ ਕੇ ਵੀ। ਤੇ ਅਸੀਂ ਮੋਦੀ ਦੇ ਸਖਤ ਖਿਲਾਫ ਹਾਂ ਤੇ ਕਿਸਾਨਾਂ ਦੇ ਨਾਲ ਆ। ਕਾਲੇ ਕਾਨੂੰਨ ਰੱਦ ਕੀਤੇ ਜਾਣ ਛੇਤੀ ਤੋਂ ਛੇਤੀ। ਲਓ ਜੀ, ਆ ਵੀਰ ਨੇ ਗ੍ਰੀਕ ਦੇ ਵਿੱਚ ਲਿਖ ਕੇ ਲਿਆਇਆ ਕਿਉਂਕਿ ਇੱਥੋਂ ਦੀ ਬੋਲੀ ਗ੍ਰੀਕ ਹੈ। ਸੋ ਇਹ ਬਹੁਤ ਵਧੀਆ ਲੱਗਿਆ। ਗ੍ਰੀਕ ਦੇ ਵਿੱਚ ਲਿਖਿਆ ਕਿ ਸਪੋਰਟ ਟੂ ਦਾ ਫਾਰਮਰ। ਹਾਂਜੀ, ਗ੍ਰੀਕ 'ਚ ਕੀ ਲਿਖੀ ਬੈਠੇ? ਨੋ ਫਾਰਮਰ ਨੋ ਫੂਡ, ਕਿਸਾਨ ਏਕਤਾ ਜਿੰਦਾਬਾਦ। ਲਓ ਜੀ, ਇਹ ਭਾਈ ਸਾਡਾ ਹਰਿਆਣੇ ਤੋਂ ਆ ਤੇ PM ਮੋਦੀ ਯੂ ਆਰ ਫॉरगेटिंग द स्वीट ब्लड ऑफ द फार्मर। हाँ जी भाई, कुछ कहना चाहते हो? नहीं जी, जो भी इंडिया में धक्का हो रहा है फार्मर्स के साथ, हम उसके विरोध में हैं। मैं हरियाणा से हूँ, हरियाणा करनाल से, और मैं पूरा समर्थन करता हूँ पंजाब वालों का और हर किसान का जो भी है। मैं भी किसान फैमिली से बिलोंग करता हूँ और इस धक्के को हम अपने ऊपर इस बार लागू नहीं होने देंगे। चाहे हमें साइप्रस में चाहे कहीं भी हमें विरोध प्रदर्शन करना पड़े, हम करेंगे। किसान बन के आए हो पूरे? वाह जी वाह। ਸੋ ਇਹ ਮੇਰੇ ਖਿਆਲ ਦੇ ਵਿੱਚ ਗਵਰਨਮੈਂਟ ਨੂੰ ਵਹਿਮ ਹੋਊਗਾ ਵੀ ਬਾਹਰ ਉੱਠ ਗਏ ਨੇ ਪੁੱਤ ਕਿਸਾਨਾਂ ਦੇ, ਤੇ ਸ਼ਾਇਦ ਉਹ ਨਾਲ ਨਹੀਂ ਹੋਣਗੇ, ਹਨਾ? ਸਾਰੇ ਲੋਕੀ ਨਾਲ ਆਏ ਆ। ਦੇਖੋ ਜੀ, ਇੱਧਰ ਵੀ ਹਾਂਜੀ, ਸਾਰੇ ਸਪੋਰਟ ਕਰਨੇ ਨੇ ਫਾਰਮਾਂ ਨੂੰ ਜੀ, ਪੂਰੇ ਸਪੋਰਟ ਕਰ ਰਹੇ ਨੇ। ਕਿਉਂ ਜੀ? ਜਿਹੜਾ ਚੀਜ਼ ਮਸ਼ਹੂਰ ਹੋਈ ਆ ਮੋਦੀ ਕੋ ਤਾਂ ਮੂਖੀਆਂ ਸੇ ਕੂਟੇਗਾ, ਆ ਬਾਈ ਲਿਆ ਬਣਾ ਕੇ। ਹਾਂਜੀ ਬਾਈ ਜੀ, ਮੋਦੀ ਕੋ ਚਿੱਤਰ ਖਾਣ ਵਾਲੇ ਕੀਤੇ ਆ ਭਾਈ ਯਾਰ। ਹੁਣ ਜੱਟਾਂ ਦੀ ਕਿਸਾਨਾਂ ਦੀ ਫਸਲਾਂ ਖਾਊਗਾ, ਜ਼ਮੀਨਾਂ ਖਾਊਗਾ ਤਾਂ ਲੈ ਕੁੱਟਣਗੇ। ਹਾਂ, ਮੂਰੇ ਨਹੀਂ ਆਇਆ
ਹਾਂਜੀ ਸੇਵ ਫਾਰਮਰਸ, ਕੁਝ ਕਹਿਣਾ ਚਾਹੁੰਦੇ ਹੋ ਵੀਰੇ? ਬਸ ਬਾਈ ਆਪਣੇ ਪੰਜਾਬ ਨੂੰ ਬਚਾਉਣ ਲਈ ਮੋਦੀ ਮੀਡੀਆ ਐਂਡ ਮੋਦੀ ਨੂੰ ਪੰਜਾਬ ਤੋਂ ਬਾਹਰ ਕੱਢੋ, ਸਾਰੀ ਦੁਨੀਆ ਚੋਂ। ਤੂੰ ਹੋਣੀ ਚਾਹੀਦੀ ਆ। ਹਾਂਜੀ 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 ਪੂਰੀ। मोदी को तो मुखियों से कूटेगा, कुटना फिर ही सब कुछ है, कुटना मोदी मुखिया ना, बस मुखिया से कूटेगा और कुछ नहीं करेगा। स्टॉप सेलिंग आवर फार्मर आउट आवर फार्मर बेनिफिट अडानी पानी। हाँ जी ਕੀ ਕਹਿਣਾ ਚਾਹੋਗੇ ਤੁਸੀਂ? ਬੋਰਡ ਲੈ ਕੇ ਖੜੇ ਹੋ ਅੱਜ ਸਾਈਪਰਸ ਦੇ ਵਿੱਚ। ਅਸੀਂ ਬਾਈ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਆ ਹਾਂਜੀ ਤੇ ਅਸੀਂ ਮੋਦੀ ਦੀ ਮਕਾਨ ਆਏ ਆ। ਬਿਲਕੁਲ ਬਿਲਕੁਲ। ਕੋਈ ਬਰਾਤ ਆਇਆ ਪੰਜਾਬ ਦੀ ਕਿਸਾਨੀ ਦੀ ਤੇ ਕੋਈ ਮਕਾਨ ਆਇਆ, ਕੋਈ ਮਕਾਨ ਆਇਆ। ਇਹਨਾਂ ਲੈ ਕੇ ਡੈਮੋਕ੍ਰੈਟਿਕ ਜਾਣੀ ਆ, ਮੈਂ ਨਾਲੇ ਮੋਦੀ ਦਾ ਭੋਗ ਪਾ ਕੇ ਜਾਣਾ। ਅਸੀਂ ਦੋਨੋਂ ਇੱਥੇ ਰੱਖ। ਅਸੀਂ ਦਾ ਹੱਕ ਲੈ ਕੇ ਆਣਾ ਦਿੱਲੀ ਤੋਂ। ਬਿਲਕੁਲ ਲੈ ਕੇ ਮੁੜਾਂਗੇ ਅਸੀਂ ਆਪਣੇ ਹੱਕ ਦੇ। ਕੰਮ ਬਿਲਕੁਲ ਜੀ ਬਿਲਕੁਲ ਭਾਵੇਂ 10 ਦਿਨ ਲਾ ਸਾਨੂੰ ਹੋਰ ਲੱਗ ਜਾਣਾ, ਅਸੀਂ ਬੈਠਾਂਗੇ। ਬਿਲਕੁਲ ਬਹੁਤ ਸੋਹਣੀ ਗੱਲ ਹੈ ਕਿ ਸਾਡਾ ਦਿੱਲੀ ਕੋਈ ਚੱਕਰ ਨਹੀਂ। ਵਿਦੇਸ਼ਾਂ ਤੋਂ ਵੀ ਇੰਨਾ ਸੋਹਣਾ ਰਿਸਪੌਂਸ ਅਸੀਂ ਹੈ। ਮਜਬੂਰ ਆ, ਅਸੀਂ ਇੰਡੀਆ ਨਹੀਂ ਜਾ ਸਕਦੇ, ਜਿੰਨਾ ਕੁ ਸਾਥ ਅਸੀਂ ਦੇ ਸਕਦੇ ਆ ਆਪਣੇ ਭਰਾਵਾਂ ਦਾ। ਬਹੁਤ ਸੋਹਣੀ ਗੱਲ ਹੈ। ਹਾਂਜੀ ਹਾਂਜੀ ਬਜ਼ੁਰਗਾਂ ਕੋਲੇ ਆ ਤੇ ਜੋਸ਼ ਜਵਾਨੀ ਕੋਲੇ ਆ, ਬਸ ਲਾਣੇਦਾਰਾਂ ਨਾਲ ਰਹਿ ਕਰਕੇ ਚੱਲਿਓ। ਖਾਲਸਾ ਜੀ ਕੀ ਕਹਿਣਾ ਚਾਹੋਗੇ ਮੋਦੀ ਨੂੰ? ਆਪਣੇ ਬਿੱਲ ਵਾਪਸ ਲੈਣੇ ਚਾਹੀਦੇ ਆ। ਹਾਂਜੀ ਕਾਲੇ ਕਾਨੂੰਨ ਕੀਤੇ ਆ ਰੱਦ ਕਰਨੇ ਚਾਹੀਦੇ ਆ। ਸਾਡਾ ਸੰਘਰਸ਼ ਜਾਰੀ ਰਹੂਗਾ ਜਿੰਨਾ ਚਿਰ ਨਹੀਂ ਕਾਲੇ ਕਾਨੂੰਨ ਵਾਪਸ ਲੈਂਦਾ ਉਹ। ਵਾਹ ਜੀ ਵਾਹ। ਇੱਥੇ ਬੜੀ ਸੋਹਣੀ ਇੱਕ ਤਸਵੀਰ ਲਗਾਈ ਹੈ ਬੰਦੇ ਨੇ, ਆਪਣਾ ਵੀਰ ਹੈ ਲੰਗਰ ਦੀ। ਕੁਝ ਕਹਿਣਾ ਚਾਹੋ ਵੀਰੇ? ਮੋਦੀ ਸਰਕਾਰ ਨੂੰ ਬੇਨਤੀ ਹੈ ਜੀ, ਕਿਸਾਨਾਂ ਦੇ ਹੱਕ ਕਿਸਾਨਾਂ ਨੂੰ ਦੇ ਦਿੱਤੇ ਜਾਣ। ਹਾਂਜੀ ਧੰਨਵਾਦ ਜੀ। ਬਹੁਤ ਸੋਹਣੀ ਤਸਵੀਰ ਲਗਾਈ ਹੈ ਭੈਣ। ਹਾਂਜੀ ਭੈਣੇ ਕੁਝ ਕਹਿਣਾ ਚਾਹੁੰਦੇ ਹੋ ਕਾਲੇ ਕਾਨੂੰਨਾਂ ਦੇ ਵਿਰੋਧ 'ਚ? ਜੋ ਵੀ ਮੋਦੀ ਨੇ ਕਾਨੂੰਨ ਲਾਗੂ ਕੀਤੇ ਆ ਉਹਨਾਂ ਨੂੰ ਸਟਾਪ ਕੀਤਾ ਜਾਵੇ, ਉਹਨਾਂ ਨੂੰ ਵਾਪਸ ਮੋੜਿਆ ਜਾਵੇ ਤੇ ਬਸ ਕਿਸਾਨਾਂ ਨੂੰ ਉਹਨਾਂ ਦਾ ਬਣਦੇ ਹੱਕ ਦਿੱਤੇ ਜਾਣ। ਥੈਂਕ ਯੂ। तो आ भाई साडा ग्रीक च लिख के लिया। बाई जी की लिखा ग्रीक दे विच? ਵੀਰੇ ਮੋਦੀ ਦੇ ਕਾਲੇ ਕਾਨੂੰਨਾਂ ਬਾਰੇ ਦੱਸਿਆ ਗਿਆ ਗ੍ਰੀਕ ਚ। ਹਾਂਜੀ ਸੋ ਜਿਵੇਂ ਕਿ ਤੁਸੀਂ ਪਹਿਲਾਂ ਵੀ ਕਈ ਬੋਰਡ ਦੇਖੇ ਨੇ ਕਿ ਗ੍ਰੀਕ ਦੇ ਵਿੱਚ ਮੁੰਡੇ ਲਿਖ ਕੇ ਲਿਆਏ ਨੇ, ਇੱਥੋਂ ਦੀ ਬੋਲੀ ਹੈ ਗ੍ਰੀਕ। ਸੋ ਲੋਕਾਂ ਨੂੰ ਵੀ ਸਮਝ ਲੱਗੇ ਕਿ ਹਾਂ ਇਹ ਮੁੰਡੇ ਕਿਉਂ ਵਿਰੋਧ ਕਰ ਰਹੇ ਨੇ। ਸ਼ੇਮ ਔਨ ਇੰਡੀਅਨ ਗਵਰਨਮੈਂਟ। ਵਾਹ ਬਾਈ ਵਾਹ। ਸੋ ਵਿਦੇਸ਼ਾਂ ਦੇ ਵਿੱਚ ਮੋਦੀ ਸਰਕਾਰ ਦੀ ਪੂਰੀ ਥੂ-ਥੂ ਹੋ ਰਹੀ ਹੈ। ਬਹੁਤ ਸੋਹਣਾ ਜਿਹੜਾ ਆ ਵਿਦੇਸ਼ਾਂ 'ਚ ਰਿਸਪੌਂਸ ਮਿਲ ਰਿਹਾ ਕਿਸਾਨੀ ਸੰਘਰਸ਼। ਅਮੀਰਤਾ ਹੈ। ਬਹੁਤ ਸੋਹਣੀ ਗੱਲ ਲਿਖੀ ਭੈਣ ਨੇ। ਮੈਂ ਵਿਰੋਧ ਕਰਦਾ ਹਾਂ ਖੇਤੀ ਕਾਲੇ ਤੋਂ। ਸਾਡੀਆਂ ਭੈਣਾਂ ਨੇ ਕੰਮ ਤੋਂ ਛੁੱਟੀ ਲੈ ਕੇ ਆਈਆਂ ਨੇ ਇੱਥੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ। ਸੋ ਮੇਰੇ ਖਿਆਲ ਦੇ ਵਿੱਚ ਸਰਕਾਰ ਨੂੰ ਹੁਣ ਸਮਝਣਾ ਚਾਹੀਦਾ ਹੈ ਕਿ ਬਹੁਤ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ। ਹਾਂਜੀ ਭਾਈ ਜੀ ਕੁਝ ਕਹਿਣਾ ਮੋਦੀ ਸਰਕਾਰ ਨੂੰ? ਕਾਲੇ ਕਾਨੂੰਨ ਹਾਂਜੀ ਪੰਜਾਬ ਵਿੱਚ ਲਿਆਂਦੇ ਆ, ਅਸੀਂ ਉਹਨਾਂ ਨੂੰ ਰੱਦ ਕਰਵਾਉਣ ਲਈ ਇੱਥੇ ਅੱਜ ਪ੍ਰੋਟੈਸਟ ਕੀਤਾ। ਹਾਂਜੀ ਤੇ ਜਿਹੜੇ ਮੋਦੀ ਸਾਹਿਬ ਸਾਡੀ ਸਾਰਿਆਂ ਨੂੰ ਅਪੀਲ ਆ ਵੀ ਜਿਹੜੇ ਕਾਲੇ ਕਾਨੂੰਨ ਤੁਸੀਂ ਲੈ ਕੇ ਆਏ ਆ ਹਾਂਜੀ ਜਲਦੀ ਤੋਂ ਜਲਦੀ ਰੱਦ ਕੀਤੇ ਜਾਣ ਤੇ ਸਾਡੇ ਜਿਹੜੇ ਕਿਸਾਨ ਭਰਾ ਠੰਡ ਵਿੱਚ ਬੈਠੇ ਆ ਬਿਲਕੁਲ ਬਿਲਕੁਲ ਫੁੱਲ ਸਪੋਰਟ ਦੇ ਵਿੱਚ ਇੱਥੇ ਪ੍ਰੋਟੈਸਟ ਕੀਤਾ ਹਾਂਜੀ ਤੇ ਸਾਡੀ ਬੇਨਤੀ ਆ ਵੀ ਜਲਦੀ ਤੋਂ ਜਲਦੀ ਇਹ ਕਾਲੇ ਕਾਨੂੰਨ ਜੋ ਰੱਦ ਕੀਤੇ ਜਾਣ। ਹਾਂਜੀ ਆਹ ਬਾਈ ਸਾਡਾ ਗ੍ਰੀਕ ਦੇ ਵਿੱਚ ਲਿਖ ਕੇ ਲਿਆ। ਗ੍ਰੀਕ 'ਚ ਕੀ ਲਿਖੀ ਬੈਠੇ ਜੀ? ਗ੍ਰੀਕ 'ਚ ਕੀ ਲਿਖਿਆ ਮੈਂ ਕਿਹਾ? ਇਹ ਬਾਰੇ ਜੀ ਕਿਸਾਨਾਂ ਦੀ ਸਪੋਰਟ ਸਾਡੇ ਵੱਲੋਂ ਫੁੱਲ ਸਪੋਰਟ। ਬਿਲਕੁਲ ਬਿਲਕੁਲ ਵੀ ਬੋਲੀ ਇੱਥੋਂ ਦੀ ਗ੍ਰੀਕ ਆ, ਸੋ ਇੱਥੋਂ ਦੇ ਲੋਕਾਂ ਨੂੰ ਵੀ ਸਮਝ ਆਵੇ। ਲੋਕਾਂ ਨੂੰ ਸਮਝ ਆ ਗਈ ਪ੍ਰੋਟੈਸਟ ਕਾਹਦੇ ਵਾਸਤੇ ਹੋ ਰਿਹਾ ਹੈ। ਹਾਂਜੀ 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 भाई जी मोदी को तो मुखियों से कूटेगा। लगातार पोस्टर बना रहे ने मुंडे। बहुत सोहनी गल है कि नाल नाल जिहड़ा है जिवें जिवें संगत वध रही है तो अपने अपने पोस्टर जिद्दां दे भी चाहिए ने। वाह जी वाह। मोदी की फोटो लाती। हाँ जी मोदी की फोटो लाई बैठे ਬਾਈ ਜੀ ਖੜਾਉਣਾ ਇਹਨਾਂ ਦਾ ਅੰਬਾਨੀ ਤੇ ਅਡਾਨੀ ਦਾ ਇਹ हाँ जी ਜਿਹੜੇ ਕਾਲੇ ਕਾਨੂੰਨ ਕਰ ਰਹੇ ਨੇਗੇ ਕਿਸਾਨਾਂ ਖਤਰੇ। ਕਿਤੇ ਕਿਸਾਨਾਂ ਦਾ ਹਮਦਰਦੀ ਆ ਬੰਦਾ हाँ ਧੱਕਾ ਕਰਦਾ ਹੀ ਉਹਨਾਂ ਨਾਲ। ਸਾਡੀਆਂ ਜ਼ਮੀਨਾਂ ਸਾਥੋਂ ਹੀ ਖੋਹਣ ਨੂੰ ਫਿਰਦਾ ਹੈ। हाँ
ਬਾਈਕਾਟ ਕਰੋ ਜੀ ਇਹਨਾਂ ਦਾ, ਬੀਜੇਪੀ ਸਰਕਾਰ ਦਾ ਵੀ। ਬਿਲਕੁਲ ਬਿਲਕੁਲ। ਲਓ ਜੀ, ਇਹ ਗੁਰੂ ਕੇ ਲੰਗਰ ਨੇ, ਇਹ ਜਿੱਥੇ ਵੀ ਜਾਂਦੇ ਨੇ ਗੁਰੂ ਕੇ ਲੰਗਰ ਲਾਉਂਦੇ ਨੇ। ਤੇ ਸੋ ਇੱਥੇ ਦੇਖੋ ਜੀ ਆਪਾਂ ਪ੍ਰੋਟੈਸਟ ਕਰ ਰਹੇ ਹਾਂ ਤੇ ਵੀਰ ਸੋ ਵਰਤਾ ਰਹੇ ਨੇ ਬਹੁਤ ਸੋਹਣਾ। ਸੋ ਮੁੰਡਾ ਜਿਹੜਾ ਕੈਪਚਰ ਕਰ ਰਿਹਾ ਨਾ ਉਹ ਸ਼ਾਇਦ ਆਈ ਥਿੰਕ ਫਿਲੀਪੀਨ ਤੋਂ ਹੈ। ਸੋ ਇੱਥੋਂ ਗੱਲ ਜਾਂਦੀ ਹੈ ਕਿ ਵੱਖੋ ਵੱਖਰੇ ਪਲੇਟਫਾਰਮਾਂ ਤੱਕ ਫਿਰ ਵਿਰੋਧ ਬਹੁਤ ਹੋ ਰਿਹਾ। ਹਾਂਜੀ, ਜਿੱਦਾਂ ਕਿ ਤੁਹਾਨੂੰ ਦੱਸਿਆ ਸੀਗਾ, ਇੱਥੇ ਆਪਾਂ ਹੁਣ ਪ੍ਰੋਟੈਸਟ ਦੇ ਵਿੱਚ ਪਹੁੰਚ ਚੁੱਕੇ ਆ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਚੁੱਕੇ ਹੋ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਆ। ਹੌਲੀ ਹੌਲੀ ਥੱਲੇ ਅਸੀਂ ਪਾਰਕ ਦੇ ਵਿੱਚ ਇਕੱਠੇ ਹੋਣਾ ਸ਼ੁਰੂ ਹੋ ਗਏ ਆ। ਸੋ ਅੱਜ ਆਪਾਂ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਇਹਨਾਂ ਨੂੰ ਆਰਗੇਨਾਈਜ਼ ਕੀਤਾ ਆ। ਰਾਜਾ ਬਰਾੜ ਜੀ ਨਾਲ ਆ ਜਾਓ। ਬਰਾੜ ਸਾਹਿਬ ਆ ਜਾਓ। ਵਾਹਿਗੁਰੂ ਜੀ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਸਾਈਪਰਸ ਨਿਕੋਸੀਆ ਤੋਂ ਜਾਂ ਲਾਹਰ ਨੱਕਾ ਤੋਂ ਕਿਤੋਂ ਵੀ ਆਏ ਸਾਰੇ ਕੋਨੇ 'ਚ ਜਿੰਨੇ ਵੀ ਇਸ ਧਰਨੇ ਸ਼ਾਮਲ ਹੈ, ਸਭ ਤੋਂ ਪਹਿਲਾਂ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ। ਦੂਜੀ ਗੱਲ, ਮੈਂ ਆਪ ਸਭ ਨੂੰ ਪਤਾ ਕਿ ਜਿਹੜੇ ਬਿੱਲ ਆਪਣੇ ਇਹ ਕਾਲੇ ਕਾਨੂੰਨ ਜਿਹੜੇ ਆਪਣੇ ਕਿਸਾਨਾਂ ਦੇ ਥੱਬੇ ਗਏ ਆ, ਇਹਨਾਂ ਨੂੰ ਆਪਣੀ ਕੇਂਦਰ ਸਰਕਾਰ ਵਾਪਸ ਲਵੇ। ਆਪਣੇ ਬਜ਼ੁਰਗ ਕਿੰਨੇ ਟਾਈਮ ਤੋਂ ਇੰਨੇ ਕੜਾਕੇ ਠੰਡ ਦੇ ਭੈਣ ਭਰਾ ਬੱਚੇ ਵੀ ਖੜੇ ਆ ਇਸ ਧਰਨੇ ਸ਼ਾਮਲ ਹੋਏ ਆ। ਆਪਾਂ ਭਾਵੇਂ ਪੰਜਾਬ ਤੋਂ ਬਹੁਤ ਦੂਰ ਆ, ਪਰ ਇੱਕ ਆਪਣੀ ਇੱਥੋਂ ਛੋਟੀ ਜਿਹੀ ਕੋਸ਼ਿਸ਼ ਉਹਨਾਂ ਨੂੰ ਬਹੁਤ ਹੌਸਲਾ ਅਫਜ਼ਾਈ ਦੇਊਗੀ। ਤਾਂ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਕਿ ਜਿਹੜਾ ਵੀ ਆਪਾਂ ਧਰਨਾ ਕੀਤਾ, ਪ੍ਰੋਟੈਸਟ ਕੀਤਾ, ਪੀਸਫੁਲੀ ਤਰੀਕੇ ਨਾਲ ਰੱਖਣਾ ਤਾਂ ਜੋ ਆਪਣੇ ਦੇਸ਼ ਦਾ ਨਾਂ ਵੀ ਖਰਾਬ ਨਾ ਹੋਵੇ। ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ, ਇਸ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਇਸ ਧਰਨੇ ਨੂੰ ਇਸੇ ਪੀਸਫੁਲੀ ਤਰੀਕੇ ਨਾਲ ਰੱਖਣਾ। ਅੱਗੇ ਤੁਹਾਨੂੰ ਦੱਸਦੇ ਆ ਅਗਲਾ ਆਪਾਂ ਕੀ ਸਟੈਪ ਚੱਕਣਾ। ਵਾਹਿਗੁਰੂ ਜੀ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸਵਾਗਤ ਹੈ ਤੁਹਾਡਾ। ਤੇ ਕੀ ਕਹਿਣਾ ਚਾਹੋਗੇ ਇਹ ਕਾਲੇ ਕਾਨੂੰਨ ਜਿਹੜੇ ਮੋਦੀ ਸਰਕਾਰ ਨੇ ਪਾਸ ਕੀਤੇ ਆ? ਵੈਸੇ ਤਾਂ ਸਾਡੇ ਨਾਲ ਦਿੱਲੀ ਤੋਂ ਧੱਕਾ ਹੁੰਦਾ ਆਇਆ ਹੀ ਹੈ ਤੇ ਪਰ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਸਾਰੇ ਇੱਥੇ ਸਾਈਪਰਸ ਇਕੱਠੇ ਹੋਏ ਆ ਆਪਾਂ ਵੀ ਇਹ ਨਾ ਆਪਣਾ ਮੰਨ ਲਓ ਫਰਜ਼ ਵੀ ਬਣਦਾ। ਸੋ ਇਹ ਜੋ ਵੀ ਮੰਨ ਲਓ ਵੀ ਕਾਨੂੰਨ ਮੋਦੀ ਸਰਕਾਰ ਨੇ ਲਾਗੂ ਕੀਤੇ ਨੇ 3, ਇਹ ਕਿਸਾਨੀ ਖਤਮ ਕਰਨ ਵਾਲੇ ਕਾਨੂੰਨ ਨੇ। ਇਹ ਆਪਾਂ ਇਕੱਲਾ ਮੋਦੀ ਨੂੰ ਵੀ ਦੋਸ਼ ਨਹੀਂ ਦੇ ਸਕਦੇ ਇਹ ਚੀਜ਼ 'ਚ, ਕਿਉਂਕਿ ਸਾਰਾ ਇੰਡੀਅਨ ਸਿਸਟਮ ਤੇ ਭਾਰਤ ਸਰਕਾਰਾਂ ਹੀ ਕਰਪਟ ਰਹੀਆਂ, ਸ਼ੁਰੂ ਤੋਂ ਧੱਕੇ ਹੁੰਦੇ ਆਏ ਨੇ। ਤੇ ਬੜਿਆਂ ਨੂੰ ਇਹ ਲੱਗਦਾ ਵੀ ਸ਼ਾਇਦ ਕੋਈ ਨਵੀਂ ਕੋਈ ਸਰਕਾਰ ਸੈਂਟਰ 'ਚ ਆਵੇਗੀ, ਸ਼ਾਇਦ ਉਹ ਸਾਡੇ ਹੱਕ 'ਚ ਖੜੇਗੀ, ਪਰ ਇਹ ਸਭ ਝੂਠ ਨੇ। ਸਾਰੇ ਇੱਕੋ ਥਾਲੀ ਦੇ ਚੱਟੇ ਬੱਟੇ ਨੇ, ਕਿਸੇ ਨੇ ਕੋਈ ਹੱਕ 'ਚ ਖੜਨਾ। ਇਹ ਸ਼ੁਰੂ ਤੋਂ ਧੱਕੇ ਹੁੰਦੇ ਰਹੇ ਨੇ ਤੇ ਹੁੰਦੇ ਰਹਿਣਗੇ। ਪਰ ਹੁਣ ਜੇ ਦਿੱਲੀ ਦੇ ਗਲ 'ਚ ਅੰਗੂਠਾ ਦਿੱਤਾ ਹੈ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਵੀ ਹੁਣ ਕੋਈ ਪਰਮਾਨੈਂਟ ਸੋਲੂਸ਼ਨ ਲੱਭਣ ਦਾ। ਇਹ ਨਾ ਹੋਵੇ ਵੀ ਆ ਨਿੱਕਾ ਜਿਹਾ ਕੰਮ ਵਾਲਾ ਵੀ ਆਪਣੇ ਬਿੱਲ ਆ ਜਿਹੜੇ ਵਾਪਸ ਕਰਾ ਕੇ ਵੀ ਘਰਾਂ ਨੂੰ ਵਾਪਸ ਆਉਣ। ਬਾਕੀ ਜਿੰਨੇ ਵੀ ਜਥੇਬੰਦੀਆਂ ਸੂਝਵਾਨ ਨੇ ਉਹਨਾਂ ਦੇ ਆਗੂ, ਮੈਂ ਇੰਨੇ ਜੋਗਾ ਹੈ ਨਹੀਂ ਵੀ ਉਹਨਾਂ ਨੂੰ ਮੈਂ ਕੋਈ ਸਿੱਖਿਆ ਦੇਵਾਂ, ਪਰ ਇਹ ਪਰਮਾਨੈਂਟ ਸੋਲੂਸ਼ਨ ਲੱਭਣਾ ਪਏਗਾ ਆਪਾਂ ਨੂੰ। ਤੇ ਬੜੇ ਮੰਨ ਲਓ ਵੀ ਕਹਿ ਦਿੰਦੇ ਨੇ ਵੀ ਸਰਕਾਰ ਕੱਲੀ ਮੋਦੀ ਨੇ ਕੀਤਾ। ਇਹ ਕੱਲਾ ਮੋਦੀ ਦਾ ਨਹੀਂ, ਸਾਰੇ ਸਿਸਟਮ ਦਾ ਹੈ। ਕਿਉਂਕਿ 1990 'ਚ ਜਦੋਂ ਫਾਈਨੈਂਸ ਮਿਨਿਸਟਰ ਬਣਿਆ ਸੀ ਮਨਮੋਹਨ ਸਿੰਘ, ਤੇ ਉਦੋਂ ਉਹਨੇ ਕੁਝ ਇਕਨੋਮਿਕ ਪਾਲਿਸੀਆਂ ਲਾਗੂ ਕੀਤੀਆਂ ਸੀ। ਉਹਦੇ 'ਚ ਇਹ ਸੀ ਵੀ ਉਦੋਂ ਪਹਿਲਾਂ ਜਿਹੜੇ ਵੀ ਫਸਲ ਵੇਚ ਕੇ ਜ਼ਮੀਨ ਮੁੱਲ ਲੈਂਦੇ ਸੀ ਤੇ ਉਹ ਲਾਗੂ ਜਦੋਂ ਹੋਈਆਂ, ਉਦੋਂ ਬਾਅਦ ਉਹ ਕਿਸਾਨ ਕਰਜ਼ਦਾਰ ਹੋਣ ਲੱਗ ਗਏ। ਤੇ ਇਹ ਮੰਨ ਲਓ ਵੀ ਉਦੋਂ ਵੀ ਹੋਈਆਂ ਤੇ ਹੁਣ ਵੀ ਮੋਦੀ ਸਰਕਾਰ ਨੇ ਕੀਤਾ। ਸਾਰਾ ਸਿਸਟਮ ਹੀ ਚੋਰ ਹੈ। ਤੇ ਆਪਾਂ ਵਹਿੰਦੇ ਰਹੇ ਹਾਂ ਵੀ ਇਹ ਕੋਈ ਸਰਕਾਰ ਕੱਲਾ ਮੋਦੀ ਤੋਂ ਪਹਿਲਾਂ ਵੀ ਕਿਸਾਨਾਂ ਦਾ ਹਾਲ ਕੋਈ ਬਹੁਤਾ ਚੰਗਾ ਨਹੀਂ ਸੀ। ਇਹ ਨੋਰਮਲ ਆਪਾਂ ਵਹਿੰਦੇ ਰਹੇ, ਸੁਸਾਈਡ ਕੇਸ ਇਹ ਸਭ ਹੁੰਦਾ ਹੀ ਰਿਹਾ। ਸੋ ਹੁਣ ਮੰਨ ਲਓ ਵੀ ਜਿਹੜਾ ਮੋਦੀ ਭਗਤ ਨੇ, ਜਿਹੜਾ ਇੰਡੀਅਨ ਵਿਕਾਊ ਮੀਡੀਆ ਹੈ, ਹੁਣ ਇਹ ਵਿਖਾਈ ਆਉਂਦਾ ਵੀ ਕਹਿੰਦੇ ਵੀ ਖਾਲਿਸਤਾਨੀਆਂ ਨੇ ਇਹ ਮੋਰਚੇ ਨੂੰ ਹਾਈਜੈਕ ਕਰ ਲਿਆ। ਮਤਲਬ ਵੀ ਖਾਲਿਸਤਾਨ ਦੇ ਬੁਲਾਰੇ ਜ਼ਿਆਦਾ ਵੇਖਦੇ ਪਏ ਨੇ, ਵੀ ਇਹਨੂੰ ਅੱਡ ਮੂੰਹ ਦਿੰਦੇ ਪਏ ਨੇ। ਪਰ ਇਹ ਝੂਠ ਹੈ ਵੀ ਇਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਖਾਲਿਸਤਾਨ ਹੈਗਾ ਕੀ। ਖਾਲਸਾ ਰਾਜ ਨੂੰ ਖਾਲਿਸਤਾਨ ਕਹਿੰਦੇ ਆ। ਇਹ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਕਦੋਂ ਦਾ ਲਿਆਂਦਾ ਹੈ? ਤੇ ਜਿਹੜੀਆਂ ਅੱਜ ਜ਼ਮੀਨਾਂ ਤੇ ਆਪਾਂ ਹਰਿਆਣਾ ਪੰਜਾਬ ਬੈਠਾ ਹੈ, ਇਹ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਤੋਂ ਦਵਾਈਆਂ ਸੀ। ਉਹਨੇ ਇਹ ਕਿਹਾ ਸੀ ਵੀ ਜਿਹੜਾ ਬੰਦਾ ਵਾਹੁੰਦਾ ਪਿਆ, ਜਿਹੜਾ ਮਿਹਨਤ ਕਰਦਾ ਜ਼ਮੀਨ ਤੇ, ਅਸਲ ਹੱਕਦਾਰ ਉਹ ਏ, ਮੁਗਲ ਨਹੀਂ ਗੇ। ਸੋ ਇਹ ਖਾਲਿਸਤਾਨ ਇਹਨਾਂ ਨੂੰ ਪਤਾ ਹੀ ਕੋਈ ਨਹੀਂ। ਸ਼ਾਇਦ ਇੱਥੇ ਵੀ ਮੇਰੀ ਮਾੜੀ ਲੱਗੇ ਗੱਲ ਖਾਲਿਸਤਾਨ ਵਾਲੀ, ਪਰ ਚਲੋ ਵੀ ਹੁਣ ਸੱਚ ਨੂੰ ਕੋਈ ਰੋਕ ਨਹੀਂ ਸਕਦਾ। ਫਿਰ ਇਹ ਹੁਣ ਇੰਡੀਅਨ ਮੀਡੀਆ ਜਿਹੜਾ ਵਿਕਾਊ ਮੀਡੀਆ, ਇਹਨਾਂ ਨੇ ਇਹ ਵੀ ਬੜਾ ਪ੍ਰਚਾਰ ਕੀਤਾ ਵੀ ਸਾਰਾ ਪੰਜਾਬ ਖਤਮ ਹੁੰਦਾ ਪਿਆ, ਜਨਰੇਸ਼ਨ ਖਤਮ ਹੁੰਦੀ ਪਈ ਹੈ। ਤੇ ਇਹ ਨਸ਼ਈ ਮਤਲਬ ਯੂਥ ਨੂੰ ਨਸ਼ਈ ਕੀਤਾ। ਪਰ ਇਹ ਯੂਥ ਨੇ ਮੂੰਹ ਤੋੜਵਾਂ ਜਵਾਬ ਦਿੱਤਾ। ਜਿਹੜੇ ਬੈਰੀਕੇਡ ਤੋੜ ਦਿੱਲੀ ਪਹੁੰਚੇ ਨੇ ਨਾ, ਸਾਨੂੰ ਮਾਣ ਹੈ ਸਾਡੇ ਭਰਾਵਾਂ ਤੇ ਬਜ਼ੁਰਗਾਂ ਤੇ, ਜਿਹੜੇ ਮੰਨ ਲਾ ਵੀ ਇੰਨਾ ਸੰਘਰਸ਼ ਕਰਦੇ ਪਏ ਨੇ। ਪਰ ਇਹ ਮੂੰਹ ਤੋੜ ਜਵਾਬ ਉਹਨਾਂ ਨੂੰ ਮਿਲਿਆ। ਇਹ ਸਰਕਾਰ ਨੂੰ ਸਭ ਪਤਾ ਲੱਗਦਾ ਪਿਆ, ਡਰੀ ਪਈ ਸਰਕਾਰ ਵੀ ਐਡੀ ਵਾਰ ਹੁਣ ਵੀ ਸ਼ੋਅ ਨਹੀਂ ਕਰ ਸਕਦੀ ਉਹ।
ਪਰ ਇਹ ਵੀ ਜਿੰਨਾ ਸੰਘਰਸ਼ ਆਪਾਂ ਕਰਨੇ ਪਏ ਆ ਇਹ ਆਪਣਾ ਬਣਦਾ ਹੈ। ਕਿਸਾਨੀ ਆਪਾਂ ਹੁਣ ਨੋਟ ਖਾ ਕੇ ਨਹੀਂ ਆਪਾਂ ਗੁਜ਼ਾਰਾ ਕਰ ਸਕਦੇ, ਕਿਸਾਨਾਂ ਨਾਲ ਹੀ ਆਪਾਂ। ਸੋ ਸਾਰਿਆਂ ਨੂੰ ਬੇਨਤੀ ਵੀ ਜਿੰਨੇ ਵੀ ਆਪਾਂ ਸਪੋਰਟ ਕਰ ਰਹੇ ਆ ਸੰਘਰਸ਼ ਦੇ, ਆਪਾਂ ਬਿਲਕੁਲ ਮਤਲਬ ਵੀ ਨਾਲ ਆ ਸਾਰਿਆਂ ਦੇ। ਜੋ ਬੋਲੇ ਸੋ ਨਿਹਾਲ। ਨੇ ਸੋ ਆਜੋ ਬਈ, ਹੋਰ ਕੋਈ ਬੋਲਣਾ ਚਾਹੁੰਦਾ ਹੋਵੇ, ਕੋਈ ਵੀ ਆਪਣੇ ਵਿਚਾਰ ਰੱਖਣਾ ਚਾਹੁੰਦਾ ਆ। ਜੀ ਪਹਿਲਾਂ ਤੁਸੀਂ ਆਪਣੇ ਵਿਚਾਰ ਦਿਵੋ ਕਿ ਇਸ ਟਾਈਮ ਲਾਈਵ ਚੱਲ ਰਿਹਾ ਪੰਜਾਬੀ ਸਾਈਪ੍ਰਸ ਤੇ ਦੱਸੋ ਕੀ ਕਹਿਣਾ ਚਾਹੋਗੇ ਕਿਸਾਨਾਂ ਦੇ। ਮੈਂ ਤੇ ਸਿੱਧੀ ਗੱਲ ਕਹਾਂ ਕਿ ਵੀਰੇ ਦਿੱਲੀ ਨਾਲ ਸਾਡੇ ਨਾਲ ਸ਼ੁਰੂ ਤੋਂ ਧੱਕਾ ਹੁੰਦਾ ਆਇਆ। ਸੋ ਜਿਹੜਾ ਭੁਲੇਖਾ ਦਿੱਲੀ ਨੇ ਰੱਖਿਆ ਸੀ ਵੀ ਪੰਜਾਬੀ ਖਤਮ ਹੋ ਗਏ, ਪੰਜਾਬੀ ਬਾਹਰ ਉੱਠ ਗਏ, ਸੋ ਉਹ ਭੁਲੇਖਾ ਸਾਡੇ ਭਰਾਵਾਂ ਨੇ ਕੱਢਿਆ। ਜਿਸ ਤਰ੍ਹਾਂ ਕੂਚ ਕੀਤਾ ਦਿੱਲੀ, ਸੋ ਜਿਵੇਂ ਲੀਡ ਕੀਤਾ ਤੇ ਸਾਨੂੰ ਹਰਿਆਣੇ 'ਚੋਂ ਜਿਹੜੀ ਸਪੋਰਟ ਮਿਲੀ ਹੈ ਭਰਾਵਾਂ ਦੀ, ਸਾਡਿਆਂ ਦੇ ਜਿੰਨਾ ਪਿਆਰ ਮਿਲਿਆ ਤੇ ਹੋਰ ਰਾਜਾਂ 'ਚੋਂ ਵੀ ਮਿਲਦਾ ਪਿਆ। ਸੋ ਬਹੁਤ ਸੋਹਣੀ ਗੱਲ ਹੈ, ਪੰਜਾਬ ਇਸ ਟਾਈਮ ਇੰਡੀਆ ਨੂੰ ਲੀਡ ਕਰਦਾ ਪਿਆ। ਸੋ ਕਿਸਾਨੀ ਬਿੱਲ 'ਚੋਂ ਸਾਨੂੰ ਲੱਗਦਾ ਕਿ ਇੱਕ ਨਵੀਂ ਸਿਆਸਤ ਨਿਕਲੂਗੀ ਤੇ ਸਾਡੇ ਦੇਸ਼ ਦਾ ਵੀ ਕਿਤੇ ਨਾ ਕਿਤੇ ਕੋਈ ਚੰਗਾ ਜਿਹੜਾ ਅੱਗੇ ਸਿਆਸਤ ਸਾਡੀ ਆਊਗੀ। ਕਿਉਂਕਿ ਜਿਵੇਂ ਮੋਦੀ ਵਰਗੇ ਨੇ, ਸੋ ਇਹ ਗੋਦੀ ਮੀਡੀਆ ਆ। ਸੋ ਗੋਦੀ ਮੀਡੀਆ ਜਿਹੜਾ ਹੈ ਇਹ ਇਹਨਾਂ ਦੇ ਨਾਲ ਚੱਲਦਾ। ਉਹ ਜਿਵੇਂ ਹੁਣ ਕਵਰੇਜ ਕਰਨਾ ਹੈ ਤੇ ਲੋਕਾਂ ਨੇ ਉਹਨਾਂ ਨੂੰ ਜਵਾਬ ਦਿੱਤੇ ਨੇ ਕਿ ਸਾਡੇ ਕੋਲ ਇੱਥੇ ਤੁਸੀਂ ਪਹੁੰਚ ਗਏ ਹੋ, ਪਰ ਤੁਸੀਂ ਪਹਿਲਾਂ ਕਿੱਥੇ ਸੀ ਜਦੋਂ ਅਸੀਂ 2 ਮਹੀਨੇ ਤੋਂ ਧਰਨੇ ਲਾਉਂਦੇ ਸੀ। ਸੋ ਇੱਥੇ ਇੱਕ ਬਹੁਤ ਵੱਡੀ ਗੱਲ ਹੈ ਕਿ ਸਾਡੇ ਕੋਲੇ ਆਪਣਾ ਮੀਡੀਆ ਹੋਣ ਦੇ ਨਾਲ ਜਿੱਥੇ ਅਸੀਂ YouTube ਚੈਨਲ ਹੈ ਜਾਂ ਹੋਰ ਵੀ ਕਈ ਚੈਨਲ ਹੈਗੇ ਨੇ, ਸੋ ਉਹ ਸਾਨੂੰ ਇਸ ਚੀਜ਼ ਨਾਲ ਸਪੋਰਟ ਕਰਦੇ ਨੇ ਤਾਂ ਕਿ ਸਾਨੂੰ ਗੋਦੀ ਮੀਡੀਆ ਦੀ ਬਾਹਲੀ ਲੋੜ ਨਹੀਂ ਹੈਗੀ। ਸੋ ਬਹੁਤ ਮੈਂ ਇਸ ਚੀਜ਼ ਦਾ ਪੁਰਜ਼ੋਰ ਵਿਰੋਧ ਕਰਦਾ ਹਾਂ। ਜਿੱਦਾਂ ਵੀ ਅਸੀਂ ਪਿੱਛੇ ਜਿਹੇ ਇੱਕ ਵੀਡੀਓ ਵੀ ਬਣਾਈ ਸੀਗੀ ਗਵਾਚਿਆ ਕਿਸਾਨ ਇੱਥੇ ਸਾਈਪ੍ਰਸ ਦੇ ਵਿੱਚ ਹੀ, ਸੋ ਉਵੇਂ ਹੀ ਉਦੋਂ ਤੋਂ ਹੀ ਅਸੀਂ ਲੱਗੇ ਹੋਏ ਹਾਂ ਕਿ ਜਿਹੜੇ ਇਹ ਬਿੱਲ ਨੇ, ਗੱਲ ਬਿੱਲਾਂ ਤੋਂ ਚੱਲੀ ਹੈ ਪਰ ਕਿਸਾਨੀ ਪਹਿਲਾਂ ਵੀ ਖਤਰੇ 'ਚ ਹੀ ਸੀ। ਸੋ ਬਹੁਤ ਸੋਹਣੀ ਗੱਲ ਹੈ ਕਿ ਦਿੱਲੀ ਕੂਚ ਕੀਤਾ ਸਾਰਿਆਂ ਨੇ, ਉੱਥੇ ਗੁਰੂ ਕੇ ਲੰਗਰ ਚੱਲ ਰਹੇ ਨੇ, ਖਾਲਸਾ ਉੱਥੇ ਬੈਠਾ ਹੈ ਤੇ ਦੱਸ ਰਿਹਾ। ਤੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਵੀ ਬੜੀ ਸੋਹਣੀ ਗੱਲ ਹੈ ਕਿ ਜਿਵੇਂ ਉਹਨਾਂ ਨੇ ਦਿੱਲੀ ਦੀ ਰੋਟੀ ਨੂੰ ਠੋਕਰ ਮਾਰੀ ਕਿ ਅਸੀਂ ਤੁਹਾਡੇ ਨਾਲ ਰੋਟੀ ਵੀ ਨਹੀਂ ਖਾਣੀ, ਅਸੀਂ ਆਪਦੇ ਲੰਗਰ ਪਕਾ ਕੇ ਲਿਆਏ ਆ। ਸੋ ਇਹ ਗੱਲਾਂ ਸਾਡੀ ਜਿਹੜੀ ਹੈ ਇੱਕ ਨਵੀਂ ਡਿਪਲੋਮੈਸੀ ਤੇ ਪੋਲੀਟੀਕਲ ਸਿਸਟਮ ਨੂੰ ਤਰਜੀਹ ਦੇ ਰਹੀਆਂ ਕਿ ਇੱਥੋਂ ਇੱਕ ਨਵੀਂ ਪੋਲੀਟੀਕਲ ਸਿਸਟਮ ਜਿਹੜਾ ਹੈ ਸਾਨੂੰ ਇੱਕ ਚੰਗੇ ਸਿਸਟਮ ਵੱਲ ਲੀਡ ਕਰੂਗਾ। ਤਾਂ ਮੈਂ ਤਾਂ ਇੰਨਾ ਹੀ ਕਹਿਣਾ ਚਾਹੂੰਗਾ ਕਿ ਅਸੀਂ ਇੱਥੇ ਸਾਈਪ੍ਰਸ ਦੇ ਵਿੱਚ ਅੱਜ ਜਦੋਂ ਮੈਨੂੰ ਪਤਾ ਲੱਗਾ ਕਿ ਪ੍ਰੋਟੈਸਟ ਹੋ ਰਿਹਾ ਤਾਂ ਮੈਂ ਵੀ ਆਪਣਾ ਇੱਕ ਫਰਜ਼ ਸਮਝਦੇ ਹੋਏ ਇੱਥੇ ਪਹੁੰਚਿਆ ਹਾਂ। ਪਹਿਲਾਂ ਵੀ ਅਸੀਂ ਐਮਬੈਸੀ ਦੇ ਮੂਹਰੇ ਪ੍ਰੋਟੈਸਟ ਕੀਤਾ ਸੀਗਾ। ਸੋ ਸਾਰਿਆਂ ਨੂੰ ਇਹ ਅਪੀਲ ਹੈ ਕਿ ਜਿੱਥੇ ਵੀ ਬੈਠੇ ਹੋ ਜਿੰਨਾ ਕਰ ਸਕਦੇ ਹੋ ਕਰੋ, ਕਿਉਂਕਿ ਜੇਕਰ ਇਹ ਕਾਨੂੰਨ ਪਾਸ ਹੋ ਜਾਂਦੇ ਨੇ ਤਾਂ ਅਸੀਂ ਖਤਮ ਹੈ ਤੇ ਸਾਡੀ ਜਨਰੇਸ਼ਨਾਂ ਵੀ ਖਤਮ ਆਉਣ ਵਾਲੀਆਂ। ਇੱਕ ਮਿੰਟ ਵੀ ਰੋਕਣਾ ਚਾਹੁੰਦਾ ਤੇ ਜੋ ਆਪਣੇ ਵੀਰ ਭੈਣ ਇੱਥੇ ਇਕੱਠੇ ਹੋਏ ਨੇ 2 ਲਫ਼ਜ਼ ਉਹਨਾਂ ਵਾਸਤੇ। ਇਹ ਬਹੁਤ ਸੋਹਣੀ ਗੱਲ ਹੈ ਕਿ ਅਸੀਂ ਇੱਥੇ ਸਾਈਪ੍ਰਸ ਦੇ ਵਿੱਚ ਰਹਿੰਦੇ ਹੋਏ ਐਡੀ ਵੱਡੀ ਜ਼ਿੰਮੇਵਾਰੀ ਨੂੰ ਸਮਝਦੇ ਹਾਂ। ਮੈਨੂੰ ਇਹ ਲੱਗਦਾ ਸੀਗਾ ਕਿ ਯਾਰ ਵੀ ਸ਼ਾਇਦ ਕੋਈ ਨਹੀਂ ਆਊਗਾ, ਪਰ ਮੇਰਾ ਭੁਲੇਖਾ ਸੀ ਉਹ। ਤਾਂ ਬਹੁਤ ਸੋਹਣੀ ਗੱਲ ਹੈ, ਮੈਂ ਇੱਥੇ ਦੇਖ ਕੇ ਬੜਾ ਖੁਸ਼ ਹਾਂ, ਮਨ ਬਹੁਤ ਖੁਸ਼ ਹੋ ਰਿਹਾ ਕਿ ਯਾਰ ਸਾਨੂੰ ਚਿੰਤਾ ਹੈ ਆਪਦੇ ਮਾਪਿਓ ਦੀ, ਸਾਡੇ ਬਜ਼ੁਰਗਾਂ ਦੀ ਸਾਨੂੰ ਚਿੰਤਾ ਹੈ। ਜਿਵੇਂ ਕੰਗਣਾ ਵਰਗੀ ਕਹਿ ਦਿੰਦੀ ਹੈ ਕਿ ਇਹ ਤਾਂ 100 ਦੀ ਦਿਹਾੜੀ ਤੇ ਆ ਜਾਂਦੀਆਂ, ਉਹਨੂੰ ਦਿਖਾਉਣ ਵਾਲਾ ਕੀ ਅਸੀਂ 100 ਦੀ ਦਿਹਾੜੀ ਤੇ ਲਿਆਂਦੇ ਆ। ਸੋ ਇਹ ਇੱਕ ਦਰਦ ਹੈ। ਇੱਥੇ ਰੋਕਣਾ ਚਾਹੁੰਦਾ, ਸਾਡੀ ਇੱਕ ਭੈਣ ਹੀ ਬਹੁਤ ਆ ਕੰਗਣਾ ਨੂੰ, ਇਹਨੇ ਰੱਖ ਕੇ ਮਾਰਿਆ ਨਾ, ਉਹਨੇ ਥੱਲੇ ਡੇਣਾ। ਬਿਲਕੁਲ ਉਹੀ ਹੈ ਕਿ ਕੰਗਣਾ ਮਰ ਗਈਆਂ। ਕੰਮ ਭੌਂਕਣਾ ਬਿਲਕੁਲ ਸੋ ਇਹ ਜਿਹੜਾ ਪ੍ਰੋਟੈਸਟ ਵਾਲੀ ਸਾਨੂੰ ਫੋਕਸ ਰੱਖਣਾ ਚਾਹੀਦਾ। ਸੋ ਇਸ ਕਰਕੇ ਮੈਂ ਇਹਦਾ ਤਾਂ ਲਿਆ ਕਿ ਜਿੱਥੇ ਉਹਨੇ ਸਾਨੂੰ ਇਸ ਤਰ੍ਹਾਂ ਦੀਆਂ ਗੰਦੀਆਂ ਗਾਲਾਂ ਕੱਢੀਆਂ ਆ ਤਾਂ ਉਹਨੇ ਆਪਦੀ ਜ਼ਮੀਰ ਦਾ ਸਬੂਤ ਦਿੱਤਾ ਕਿ ਮੇਰੀ ਜ਼ਮੀਰ ਮਰ ਚੁੱਕੀ ਹੈ। ਸੋ ਇਹ ਬਹੁਤ ਸੋਹਣੀ ਗੱਲ ਹੈ ਕਿ ਇੱਥੇ ਅਸੀਂ ਇਕੱਠੇ ਹੋਏ ਹਾਂ। ਉਹ ਮੇਰਾ ਤਾਂ ਮਨ ਬਹੁਤ ਖੁਸ਼ ਹੈ। ਬਾਕੀ ਤੁਸੀਂ ਸਾਰਿਆਂ ਤੋਂ ਪੁੱਛ ਸਕਦੇ ਹੋ ਕਿ ਕੀ ਉਹਨਾਂ ਨੂੰ ਲੱਗਦਾ ਕਿ ਅਸੀਂ ਇੱਥੇ ਇਕੱਠੇ ਹੋਏ ਹਾਂ। ਸੋ ਜਿੱਦਾਂ ਵੀ ਇਹ ਸਾਈਪ੍ਰਸ ਦੀ ਗਵਰਨਮੈਂਟ ਦਾ ਵੀ ਅਸੀਂ ਖਿਆਲ ਰੱਖਣਾ ਕਿ ਉਹਨਾਂ ਨੇ ਕਰੋਨਾ ਗਾਈਡਲਾਈਨਸ ਦਿੱਤੀਆਂ ਨੇ। ਸੋ ਐਵੇਂ ਇੱਥੇ ਸਾਰਿਆਂ ਨੇ ਮਾਸਕ ਪਾਏ ਨੇ। ਇਹ ਵੀ ਬਹੁਤ ਸੋਹਣੀ ਗੱਲ ਹੈ ਕਿ ਸਾਰੇ ਬੰਦੇ ਇੱਕ ਸੂਝਵਾਨੀ ਦਾ ਸਬੂਤ ਦਿੰਦੇ ਪਏ ਨੇ, ਪੜ੍ਹੇ ਲਿਖੇ ਹੋਣ ਦਾ ਵੀ। ਹਾਂ ਜੀ ਅਸੀਂ ਸਾਰੇ ਚੀਜ਼ਾਂ ਦਾ ਧਿਆਨ ਰੱਖਦੇ ਆ, ਪੀਸਫੁਲੀ ਪ੍ਰੋਟੈਸਟ ਹੈ। ਤੇ ਜੇਕਰ ਫਿਰ ਮੋਦੀ ਸਰਕਾਰ ਨਹੀਂ ਮੰਨਦੀ ਤਾਂ ਇੱਥੋਂ ਫਲਾਈਟਾਂ ਫਿਰ ਜਾਂਦੀਆਂ ਹੀ ਆ ਤੇ ਇੱਥੇ ਕੋਈ ਮੇਰੇ ਖਿਆਲ 'ਚ ਰਹੂਗਾ ਨਹੀਂ, ਕਿਉਂਕਿ ਜਦੋਂ ਅਸੀਂ ਪਿੱਛੋਂ ਹੀ ਖਤਮ ਹੋ ਗਏ, ਸਾਡੀ ਜੜ ਟੁੱਟ ਗਈ ਤੇ ਫਿਰ ਅਸੀਂ ਬਾਹਰਲੇ ਮੁਲਕਾਂ 'ਚ ਵੀ ਕੀ ਕਰਨਾ? ਫਿਰ ਮਰੇ ਤਾਂ ਹੈਗੇ ਆ, ਫਿਰ ਉੱਥੇ ਜਾ ਕੇ ਮਰ ਜਾਾਂਗੇ। ਸਾਰਿਆਂ ਨਾਲ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਮਹਿਕਦੀਪ ਨੇ ਕੰਗਣਾ ਦੀ ਗੱਲ ਕੀਤੀ ਸੀ ਤਾਂ ਮੈਂ ਕੁਝ 2 ਲਾਈਨਾਂ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਕੌਰਾਂ ਮਾਈ ਭਾਗੋ ਦੀਆਂ ਤਸੀਰਾਂ ਤੇ ਮਾਤਾ ਸਾਹਿਬ ਕੌਰ ਜੀ ਦੀਆਂ ਧੀਆਂ, ਤੇ ਅਸੀਂ ਦਿੱਲੀ ਦੀ ਹਿੱਕ ਤੇ ਪੈਰ ਧਰ ਕੇ ਆਪਦੇ ਹੱਕ ਲੈਣ ਆਏ ਆ, ਨਾ ਕਿ ਤੇਰੇ ਵਾਂਗ ਇੱਕ ਛੱਜਾ ਢਹਿਣ ਤੇ ਸਿਕਿਉਰਿਟੀ ਲੈਣ। ਸੋ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਸਾਡੇ ਮਾਤਾ ਆ, ਬਜ਼ੁਰਗ ਆ, ਉੱਥੋਂ ਆਪਦਾ ਹੱਕ ਲੈ ਕੇ ਆਉਣ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੱਸੋ ਕਿ ਤੁਹਾਨੂੰ ਲੱਗਦਾ ਹੈ ਆਪਾਂ ਇੱਥੇ ਇਕੱਠੇ? ਸੋ ਵੀਰ ਨੇ ਬਹੁਤ ਸੋਹਣਾ ਸਵਾਲ ਕੀਤਾ ਸੀਗਾ ਕਿ ਇੱਥੇ ਇਕੱਠੇ ਹੋਣ ਦਾ ਮਕਸਦ ਹੈ ਜਿਹੜਾ ਸਾਡਾ, ਸਾਨੂੰ ਸਾਰਿਆਂ ਨੂੰ ਪਤਾ ਹੀ ਹੈ। ਤੇ ਕਿਸਾਨੀ ਬਿੱਲਾਂ ਦਾ ਜਿਹੜਾ ਵੀ ਤੁਸੀਂ ਕਿਹੜੇ ਰੂਪ 'ਚ ਵਿਰੋਧ ਕਰਦੇ ਹੋ? ਕਿਵੇਂ ਤੁਹਾਨੂੰ ਲੱਗਦਾ ਇਹ ਕਿ ਖਤਰਨਾਕ ਨੇ? ਬਾਈ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੇ ਮੈਨੂੰ ਲੱਗਦਾ ਮੈਨੂੰ ਇੱਥੇ ਦਰਸਾਉਣ ਦੀ ਲੋੜ ਨਹੀਂ ਕਿ ਅਸੀਂ ਇੱਥੇ ਇਕੱਠੇ ਕਾਹਦੋਂ ਹੋਏ ਆਂਗੇ। ਸਾਡਾ ਪੋਲੀਟੀਕਲ ਸਿਸਟਮ ਆਪਦੇ ਸਾਡੇ ਖੇਤਰੀ ਕਿੱਤਿਆਂ ਦੇ ਵਿੱਚ ਇੱਕ ਪ੍ਰਾਈਵੇਟ ਸੈਕਟਰ ਨੂੰ ਵਿੱਚ ਵਾੜਨ ਲਈ ਸਿਰਫ ਤੇ ਸਿਰਫ ਆਪਦੇ ਬਿਜ਼ਨਸ, ਕਮਰਸ, ਪ੍ਰੋਡਿਊਸ ਤੇ ਟ੍ਰੇਡ ਖਾਤਰ ਸਾਨੂੰ ਵਰਤ ਰਿਹਾਗਾ। ਅੱਜ ਇੱਕ ਉਹ ਕਿਸਾਨ ਜਿਹੜਾ ਅੰਨਦਾਤਾ ਸਾਰੇ ਦੇਸ਼ ਦਾ ਢਿੱਡ ਭਰਦਾ, ਅੱਜ ਉਸ ਦੇ ਲਈ ਉਸ ਨੂੰ ਆਪਦੀ ਫਸਲ ਖਾਤਰ ਵੀ ਸੜਕਾਂ ਤੇ ਰੋਲਣਾ ਪੈ ਰਿਹਾ। ਉਹਦੀ ਫੈਮਿਲੀ, ਉਹਦੇ ਸਾਰੇ ਦੇ ਰਿਸ਼ਤੇਦਾਰ, ਸਭ ਕੁਝ ਸੜਕਾਂ ਤੇ ਰੋਲਿਆ ਪਿਆ ਬਾਈ ਜੀ। ਈਵਨ ਕਿ ਸਿਰਫ ਸਾਡੇ ਇੱਕ ਪੋਲੀਟੀਕਲ ਗੰਦੇ ਸਿਸਟਮ, ਕਰਪਟ ਸਿਸਟਮ ਖਾਤਰ, ਜਿਹਦੇ ਵਿੱਚ ਮੋਦੀ ਨੇ ਇਹ ਕਾਨੂੰਨ, ਕਾਲੇ ਕਾਨੂੰਨ ਬਿੱਲ ਲਾਗੂ ਕਰੇ ਨੇਗੇ ਕਿ ਕਿਸਾਨ ਸਾਡੀ ਮਰਜ਼ੀ ਨਾਲ ਹੀ ਪ੍ਰੋਡਕਸ਼ਨ ਕਰਨਗੇ, ਸਾਡੀ ਮਰਜ਼ੀ ਨਾਲ ਹੀ ਉਪਜਾਊ ਕਰਨਗੇ, ਹਰ ਇੱਕ ਚੀਜ਼ ਨੂੰ ਸਾਡੀ ਮਰਜ਼ੀ ਨਾਲ ਹੀ ਟ੍ਰੇਡ ਹੋਊ, ਅਸੀਂ ਬਿੱਲ ਤੈਅ ਕਰਾਂਗੇ। ਬਾਈ ਜੀ ਸਾਡੇ ਬਜ਼ੁਰਗਾਂ ਦੀਆਂ, ਸਾਡੀਆਂ ਮਾਵਾਂ ਭੈਣਾਂ ਦੀਆਂ ਬਾਈ ਢੂਈਆਂ ਰਹਿ ਗਈਆਂ ਉਹੀ ਜ਼ਮੀਨਾਂ ਖਾਤਰ। ਇਹ ਕਹਿੰਦੇ ਅਸੀਂ ਤੁਹਾਡੀਆਂ ਜ਼ਮੀਨਾਂ ਲਵਾਂਗੇ। ਉਹਨਾਂ ਦਾ ਹੱਕ ਨਹੀਂ ਬਣਦਾ ਕਿਸੇ ਢੰਗ 'ਚ ਵੀ। ਕਿਸੇ ਇੱਕ ਵੀ ਬੁੱਧੀਜੀਵੀ, ਕਿਸੇ ਇੱਕ ਵੀ ਕਿਸਾਨ ਆਗੂ ਨੂੰ ਨਾਲ ਲੈ ਕੇ ਕੋਈ ਬਿੱਲ ਦੇ ਵਿੱਚ ਨਹੀਂ ਸੀ ਆਇਆ। ਜਿਨ੍ਹਾਂ ਨੇ ਇਹਨਾਂ ਨੇ ਬਿਨਾਂ ਦੱਸੇ ਪੁੱਛੇ ਬਿੱਲ ਲਾਗੂ ਕਰੇ ਨੇਗੇ, ਅਸੀਂ ਉਹਨਾਂ ਨੂੰ ਲਾਗੂ ਨਹੀਂ ਕਹਿ ਸਕਦੇ, ਅਸੀਂ ਉਹਨਾਂ ਨੂੰ ਕਿਸਾਨ ਦੇ ਉੱਤੇ ਬਿੱਲ ਥੋਪਿਆ ਕਹਿ ਸਕਦੇ ਹਾਂਗੇ। ਕਿਉਂਕਿ ਕਿਸੇ ਚੀਜ਼ ਨੂੰ ਲਾਗੂ ਕਰਨ ਲਈ ਮੈਜੋਰਿਟੀ ਦੇ ਵਿੱਚ ਉੱਥੋਂ ਦੇ ਨਾਗਰਿਕਾਂ ਦੀ ਸ਼ਮੂਲੀਅਤ ਚਾਹੀਦੀ ਹੁੰਦੀ ਆ। ਪਰ ਇੱਕ 4 ਮੈਂਬਰੀ ਕਮੇਟੀ ਜਾਂ 12 ਮੈਂਬਰੀ ਕਮੇਟੀ ਬਣ ਕੇ ਉਹ ਬਿੱਲ ਲਾਗੂ ਕਰੇ ਨੇ ਇਹਨਾਂ ਨੇ, ਜੋ ਕਿ ਕਿਸਾਨ ਮਾਰੂ ਬਿੱਲ ਨੇਗੇ। ਤੇ ਇਸ ਤੋਂ ਉੱਪਰ ਜੇ ਅਸੀਂ ਆਪਦੇ GDP ਦਾ ਧਿਆਨ ਦਈਏ, ਸਾਡੇ ਦੇਸ਼ ਦੀ ਦਿਨੋਂ ਦਿਨ ਨੀਚੇ ਜਾ ਰਹੀ ਹੈਗੀ, ਜਿਸ ਦੇ ਲਈ ਸਾਨੂੰ ਈਵਨ ਕਿ ਇਹਨਾਂ ਨੇ ਸਭ ਤੋਂ ਜਿਹੜਾ ਖੇਤਰੀ ਕਿੱਤਾ ਵਰਤਿਆ ਸਿਰਫ ਕਿਸਾਨੀ ਚੱਕਿਆ ਇਹਨਾਂ ਨੇ। ਕਿਉਂਕਿ ਇਹਨਾਂ ਨੂੰ ਅਸੀਂ ਪਹਿਲਾਂ ਕਿਸਾਨੀ ਖਤਮ ਕਰੀਏ, ਬਾਅਦ ਚ ਸਾਰੇ ਵੀ ਮੁੱਦੇ ਇਹਨਾਂ ਨੇ ਹੁਣ ਤੱਕ ਕਰ ਚੁੱਕੇ ਨੇਗੇ ਜੋ ਵੀ ਨੇਗੇ। ਸੋ ਬਾਕੀ ਮੇਰੀ ਇਹੀ ਗੁਜ਼ਾਰਿਸ਼ ਹੈਗੀ ਆਪਦੇ ਕਿਸਾਨ ਵੀਰ ਭੈਣ ਭਾਈਆਂ ਨੂੰ, ਸਾਰਿਆਂ ਨੂੰ, ਕਿ ਆਪਦਾ ਪ੍ਰੋਟੈਸਟ, ਆਪਦੇ ਮੁਜ਼ਾਹਰੇ ਜਾਰੀ ਰੱਖੋ ਤਾਂ ਜੋ ਕੱਲ ਨੂੰ ਸਾਨੂੰ ਇਸ ਜਿਹੜੀ ਸਰਕਾਰ ਆ ਇਹਨੂੰ ਸਾਡੇ ਅੱਗੇ ਝੁਕਣਾ ਪਵੇ। ਕਿਉਂਕਿ ਇਹਨਾਂ ਨੇ ਬਹੁਤ ਹੀ ਜ਼ਿਆਦਾ ਗਲਤ ਡਿਸੀਜਨ ਲਿਆਗਾ, ਜਿਹਦੇ ਵਿੱਚ ਕਿ ਇਹਨਾਂ ਨੂੰ ਇਹ ਵੀ ਤੱਕ ਨਹੀਂ ਪਤਾ ਵੀ ਛੋਟੇ ਜ਼ਿਮੀਦਾਰ ਤੋਂ ਲੈ ਕੇ ਵੱਡਾ ਜ਼ਿਮੀਦਾਰ ਵੀ ਇਫੈਕਟ ਹੁੰਦਾ ਗਾ। ਅੱਜ ਅਸੀਂ ਕਹਿ ਦਈਏ ਵੱਡਿਆਂ ਨੂੰ ਕੋਈ ਫਰਕ ਨਹੀਂ ਪੈਂਦਾ, ਬਾਈ ਜੀ ਹਰ ਇੱਕ ਨੂੰ ਪੈਂਦਾ ਫਰਕ। ਜਿਹੜਾ ਛੋਟਾ ਜ਼ਿਮੀਦਾਰ ਆ ਉਹਦੇ ਕੋਲੇ ਆਪਦੇ ਉਹੀ 4 ਦਾਣੇ ਹੁੰਦੇ ਆ ਖਾਣ ਨੂੰ। ਸਰਕਾਰ ਨੇ ਕਿਹਾ ਸਾਡੀ ਮਰਜ਼ੀ ਨਾਲ ਅਸੀਂ ਉਪਜਾਊ ਕਰਾਂਗੇ, ਬਾਈ ਉਹ ਕਿੱਥੋਂ ਕਰ ਲੈਣਗੇ ਜੇ ਇਹਨਾਂ ਨੇ ਬੀਜ ਮਹਿੰਗੇ ਕਰ ਦੇਣੇ ਆ। ਫਸਲਾਂ ਦੇ ਮੁੱਲ ਜਿਹੜੀ ਅੱਜ ਮਹਿੰਗੀ ਵਿਕਦੀ ਆ, ਅੱਜ ਉਹੀ ਸਾਨੂੰ 100 'ਚ ਵਿਕਣ ਲੱਗ ਜੇ। ਬਾਈ ਜੀ ਪਿੱਛੇ ਹੀ ਰਹਿ ਜਾਣਾ ਸਾਡੇ ਕੋਲੇ, ਨਾ ਸਾਡੇ ਕੋਲੇ ਆਪਦੇ ਬੈਂਕ ਬੈਲੈਂਸ ਰਹਿਣਗੇ, ਨਾ ਸਾਡੇ ਕੋਲੇ ਆਪਦਾ ਕੋਈ ਖਿੱਤਾ ਰਹੂਗਾ, ਨਾ ਸਾਡੇ ਕੋਲੇ ਆਪਦਾ ਕਿੱਤਾ ਰਹੂਗਾ ਜੇ ਇਹਨਾਂ ਦੇ ਅੰਡਰ ਆ ਕੇ ਅਸੀਂ ਇਹ ਬਿੱਲਾਂ ਦਾ ਵਿਰੋਧ ਨਾ ਕਰਿਆ। ਅੱਜ BJP ਗਵਰਨਮੈਂਟ ਨੂੰ ਲੋਕਾਂ ਨੇ ਚੁਣਵਾਈ ਆਪਦੇ ਢੰਗ ਨਾਲ ਕਰੀ ਸੀ, ਪਰ ਅੱਜ ਇਹ ਗਵਰਨਮੈਂਟ ਨੇ ਇੰਨਾ ਕੋ ਧੱਕਾ ਕਿਸਾਨਾਂ ਨਾਲ ਕਰ ਰਿਹਾ ਗਾ। ਇਸ ਦਾ ਰੱਜ ਕੇ ਵਿਰੋਧ ਕਰੋ, ਰੱਜ ਕੇ ਬਾਈਕਾਟ ਕਰੋ। ਮੈਂ ਤਾਂ ਇਹੀ ਗੁਜ਼ਾਰਿਸ਼ ਆ ਸਾਰਿਆਂ ਨੂੰ। ਤੇ ਬਹੁਤ ਬਹੁਤ ਧੰਨਵਾਦ ਜੋ ਵੀ ਤੁਸੀਂ ਸਾਰੇ ਆਏ ਹੋ ਇੱਥੇ, ਕਿਸਾਨੀ ਨਾਲ ਤੁਸੀਂ ਦਰਦ ਰੱਖਦੇ ਹੋ ਇਸ ਲਈ ਆਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਇੱਥੇ ਕਰੋਨਾ ਵਾਇਰਸ ਕਰਕੇ ਕਮਿਊਨਿਟੀ ਗਾਈਡਲਾਈਨਸ ਦੇ ਕਾਰਨ ਅਸੀਂ ਇਕੱਠੇ ਨਹੀਂ ਹੋ ਸਕਦੇ। ਸੋ ਪੁਲਿਸ ਨੇ ਆ ਕੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਕਿ ਸਾਰੇ ਇੱਥੋਂ ਪਲੀਜ਼ ਜਲਦੀ ਤੋਂ ਜਲਦੀ ਜਿਹੜਾ ਆ ਇਹ ਪ੍ਰੋਟੈਸਟ ਤੁਸੀਂ ਆਪਣਾ ਜਿਹੜਾ ਸਮੇਟ ਲਓ। ਸੋ ਹੁਣ ਅਸੀਂ ਤੁਹਾਨੂੰ ਇਹੀ ਦੱਸਣਾ ਚਾਹੁੰਦੇ ਹਾਂ ਕਿ ਬਹੁਤ ਸੋਹਣੀ ਗੱਲ ਹੈ। ਸੋ ਇੰਨੀ ਵੀ ਗੱਲ ਉਹਨਾਂ ਤੱਕ ਪਹੁੰਚ ਗਈ ਤਾਂ ਸਾਡਾ ਜਿਹੜਾ ਯੋਗਦਾਨ ਹੈ ਸੰਘਰਸ਼ ਦੇ ਵਿੱਚ ਪੈ ਜਾਊਗਾ। ਸੋ ਮਿਲਦੇ ਹਾਂ ਇੱਕ ਆਪਾਂ ਨਵੇਂ ਵਲੌਗ ਦੇ ਨਾਲ। ਗੁਲਾਮੀ ਕਰੋ ਲਾਉਣੀ ਹੈ ਤੇ ਰਸਤਾ ਅਖਤਿਆਰ ਕਰਨਾ ਪੈਣਾ, ਚਾਹੇ ਅੱਜ ਕਰ ਲਿਓ ਚਾਹੇ ਫੇਰ ਕਰ ਲਿਓ, ਪਰ ਇਹ ਨਹੀਂ ਵੀ ਲੈ ਕੇ ਮੋਟਰਸਾਈਕਲ ਤੇ ਰੇਹੜੀ ਵਾਲਾ ਤੇ ਰਿਕਸ਼ੇ ਵਾਲਾ ਰੋੜਦੇ ਹੋ ਜਾਂ ਕਿਸੇ ਦੁਕਾਨ ਲੁੱਟਣੋਂ ਹੋਰ ਕੋਈ ਚੋਰੀ ਕਰ ਰਹੇ ਹੋ। ਇਹ ਸਿੱਖੀ ਦਾ ਅਸੂਲ ਨਹੀਂ।